ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮਨਪ੍ਰੀਤ ਸਿੰਘ ਬੱਦਨੀ ਖਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਯੂਕੇ ਦੇ ਤਾਜ਼ਾ ਹਾਲਾਤਾਂ ਦੀ ਰਿਪੋਰਟ ਲੈ ਕੇ ਤੁਹਾਡੇ ਰੂਬਰੂ ਹੋਣ ਲੱਗਾ। ਯੂਕੇ ਵਿੱਚ ਬੀਤੇ 24 ਘੰਟਿਆਂ ਵਿੱਚ 135 ਕੋਵਿਡ-19 ਨਾਲ ਪ੍ਰਭਾਵਿਤ ਮਰੀਜ਼ਾਂ ਦੀਆਂ ਮੌਤਾਂ ਹੋਈਆਂ, ਜਿਨ੍ਹਾਂ ਨਾਲ ਮੌਤਾਂ ਦਾ ਕੁੱਲ ਅੰਕੜਾ 42,288 ਤੱਕ ਪਹੁੰਚ ਗਿਆ। ਬੀਤੇ ਕੱਲ 1,36,516 ਲੋਕਾਂ ਦੇ ਕੋਵਿਡ-19 ਟੈਸਟ ਹੋਏ ਹਨ, ਜਿਨ੍ਹਾਂ ਵਿੱਚੋਂ 1,218 ਨਵੇਂ ਮਾਮਲੇ ਸਾਹਮਣੇ ਆਏ ਹਨ। ਯੂਕੇ ਵਿੱਚ 2 ਹਫ਼ਤੇ ਪਹਿਲਾਂ ਸ਼ੁਰੂ ਹੋਏ ਟੈਸਟ ਐਂਡ ਟ੍ਰੇਸ ਪ੍ਰੋਗਰਾਮ ਤਹਿਤ ਹੁਣ ਤੱਕ 90,000 ਲੋਕਾਂ ਨੂੰ ਇਕਾਂਤਵਾਸ ਵਿੱਚ ਭੇਜਿਆ ਜਾ ਚੁੱਕਾ ਹੈ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਇਸ ਸਿਸਟਮ ਨੂੰ ਦੁਨੀਆ ਦਾ ਬਿਹਤਰ ਸਿਸਟਮ ਕਿਹਾ ਸੀ। ਸਿਹਤ ਵਿਭਾਗ ਅਨੁਸਾਰ ਇਸ ਸਕੀਮ ਦੇ ਇੱਕ ਹਫ਼ਤੇ ਵਿੱਚ 8,117 ਲੋਕਾਂ ਦੇ ਪੋਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਜਿਨ੍ਹਾਂ ਵਿੱਚੋਂ 5,407 ਲੋਕਾਂ ਦੀ ਜਾਣਕਾਰੀ ਹਾਸਲ ਕਰਕੇ ਉਹਨਾਂ ਨੂੰ ਆਪਣੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਜਾਣਕਾਰੀ ਸਾਂਝੀ ਕਰਨ ਨੂੰ ਕਿਹਾ। ਇਸ ਕੰਮ ਵਿੱਚ 25,000 ਲੋਕ ਜੁਟੇ ਹੋਏ ਹਨ। ਹੁਣ ਤੱਕ ਪੋਜ਼ਿਟਿਵ ਆਏ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲੇ ਕੁੱਲ 90,000 ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਇਕਾਂਤਵਾਸ ਵਿੱਚ ਜਾਣ ਦਾ ਮਸ਼ਵਰਾ ਦਿੱਤਾ ਜਾ ਚੁੱਕਾ ਹੈ। ਆਕਸਫੋਰਡ ਯੂਨੀਵਰਸਿਟੀ ਵੱਲੋਂ ਸੇਸਲ ਰੋਡਸ ਦਾ ਬੁੱਤ ਹਟਾਇਆ ਜਾਵੇਗਾ। ਆਕਸਫੋਰਡ ਯੂਨੀਵਰਸਿਟੀ ਵਿੱਚੋਂ ਵਿਵਾਦਤ ਸੇਸਲ ਰੋਡਸ ਦਾ ਬੁੱਤ ਹਟਾਉਣ ਲਈ ਹੋ ਰਹੇ ਪ੍ਰਦਰਸ਼ਨਾਂ ਤੋਂ ਬਾਅਦ 19ਵੀਂ ਸਦੀ ਦੇ ਕਾਰੋਬਾਰੀ ਸੇਸਲ ਰੋਡਸ ਦਾ ਬੁੱਤ ਹਟਾਉਣ ਦੇ ਹੱਕ ਵਿੱਚ ਵੋਟਾਂ ਪਈਆਂ ਹਨ। ਓਰੀਅਲ ਕਾਲਜ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਤੁਰੰਤ ਨਹੀਂ ਹੋ ਸਕੇਗਾ, ਇਸ ਲਈ ਵਿਚਾਰ ਵਟਾਂਦਰਾ ਹੋਵੇਗਾ ਤੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਸੇਸਲ ਦੇ ਬੁੱਤ ਨੂੰ ਹਟਾਉਣ ਲਈ 4 ਸਾਲ ਪਹਿਲਾਂ ਮੁਹਿੰਮ ਸ਼ੁਰੂ ਕੀਤੀ ਹੋਈ ਸੀ, ਜਿਸ ਨੂੰ ਬਲੈਕ ਲਾਈਵਜ਼ ਮੈਟਰ ਪ੍ਰਦਰਸ਼ਨਾਂ ਮੌਕੇ ਹੋਰ ਹਮਾਇਤ ਮਿਲੀ। ਮੁਹਿੰਮਕਾਰਾਂ ਵੱਲੋਂ ਰੋਡਸ ਸਕਾਲਰਸ਼ਿਪ ਸਕੀਮ ਨੂੰ ਵੀ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਕੀਮ ਤਹਿਤ ਆਕਸਫੋਰਡ ਯੂਨੀਵਰਸਿਟੀ ਵੱਲੋਂ 8,000 ਵਿਦੇਸ਼ੀ ਵਿਦਿਆਰਥੀਆਂ ਨੂੰ ਵਜ਼ੀਫਾ ਦਿੱਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸੇਸਲ ਰੋਡਸ ਆਕਸਫੋਰਡ ਦੇ ਓਰੀਅਲ ਕਾਲਜ ਦਾ ਵਿਦਿਆਰਥੀ ਸੀ, ਜਿਸ ਨੇ 1902 ਵਿੱਚ ਆਪਣੀ ਮੌਤ ਤੋਂ ਬਾਅਦ ਆਪਣੀ ਸੰਪਤੀ ਕਾਲਜ ਦੇ ਨਾਮ ਛੱਡ ਦਿੱਤੀ ਸੀ। ਯੂਨੀਵਰਸਿਟੀਆਂ ਬਾਰੇ ਮੰਤਰੀ ਮਿਸ਼ੇਲ ਡੋਨਾਲਡ ਨੇ ਵਿਰੋਧ ਕਰਦਿਆਂ ਕਿਹਾ ਕਿ ਅਸੀਂ ਇਤਿਹਾਸ ਦੁਬਾਰਾ ਲਿਖ ਨਹੀਂ ਸਕਦੇ, ਪਰ ਸਾਨੂੰ ਇਤਿਹਾਸ ਯਾਦ ਰੱਖਣਾ ਚਾਹੀਦਾ ਹੈ ਅਤੇ ਇਸ ਤੋਂ ਸਿੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸੇਸਲ ਰੋਡਸ ਦੇ ਬੁੱਤ ਨੂੰ ਹਟਾਉਣ ਲਈ ਅਗਲੀ ਪ੍ਰਕਿਰਿਆ ਜਲਦੀ ਸ਼ੁਰੂ ਹੋਣ ਦੀ ਆਸ ਹੈ। ਦਲਜੀਤ ਸਿੰਘ ਸਹੋਤਾ ਦੀਆਂ NRI ਕਮਿਸ਼ਨ ਪੰਜਾਬ ਦੇ ਆਨਰੇਰੀ ਮੈਂਬਰ ਵਜੋਂ ਸੇਵਾਵਾਂ ਵਿੱਚ 2 ਸਾਲ ਦਾ ਵਾਧਾ। ਯੂਕੇ ਵਾਸੀ ਦਲਜੀਤ ਸਿੰਘ ਸਹੋਤਾ ਦੀਆਂ NRI ਕਮਿਸ਼ਨ ਪੰਜਾਬ ਦੇ ਆਨਰੇਰੀ ਮੈਂਬਰ ਵਜੋਂ ਪੰਜਾਬ ਸਰਕਾਰ ਵੱਲੋਂ ਸੇਵਾ ਕਾਲ ਵਿੱਚ 2 ਸਾਲ ਦਾ ਵਾਧਾ ਕੀਤਾ ਗਿਆ ਹੈ। ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਰਦਾਰ ਸਹੋਤਾ ਦਾ ਸੇਵਾ ਕਾਲ 17 ਜੂਨ ਨੂੰ ਖਤਮ ਹੋ ਰਿਹਾ ਸੀ, ਪਰ ਪੰਜਾਬ NRI ਐਕਟ ਦੀ ਧਾਰਾ 4 ਦੇ ਸੈਕਸ਼ਨ 6(2) ਤਹਿਤ ਉਹਨਾਂ ਨੂੰ ਅਗਲੇ 2 ਸਾਲਾਂ ਤੱਕ ਕਮਿਸ਼ਨ ਦੇ ਮੁੜ ਮੈਂਬਰ ਨਿਯੁਕਤ ਕੀਤਾ ਜਾਂਦਾ ਹੈ। ਸਰਦਾਰ ਸਹੋਤਾ ਨੇ ਅਜੀਤ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਕਾਂਗਰਸ ਜਨਰਲ ਸਕੱਤਰ ਸਰਦਾਰ ਕੇਵਲ ਸਿੰਘ ਢਿੱਲੋਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਹਨਾਂ ਦੀ ਨਿਯੁਕਤੀ ਨੂੰ ਮੁੜ ਵਿਚਾਰਿਆ ਹੈ। ਉਹਨਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੇ ਮਾਮਲੇ ਹੱਲ ਕਰਨ ਲਈ ਉਹ ਹਮੇਸ਼ਾ ਵਾਂਗ ਤਤਪਰ ਰਹਿਣਗੇ। ਮਨਪ੍ਰੀਤ ਜੀ, ਪਹਿਲਾਂ ਤਾਂ ਮੈਂ ਅਜੀਤ ਸਮੂਹ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਰੂਬਰੂ ਕੀਤਾ। ਮੈਂ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਜੀ, ਮੁੱਖ ਮੰਤਰੀ ਪੰਜਾਬ, ਰਾਣਾ ਗੁਰਮੀਤ ਸੋਢੀ ਜੀ, ਸਾਡੇ ਸਪੋਰਟਸ ਐਂਡ ਯੂਥ ਐਂਡ NRI ਦੇ ਮਿਨਿਸਟਰ, ਤੇ ਮੇਰੇ ਬਹੁਤ ਹੀ ਪਿਆਰੇ, ਮੇਰੇ ਸਤਿਕਾਰਯੋਗ ਮੇਰੇ ਵੱਡੇ ਵੀਰ ਸਰਦਾਰ ਕੇਵਲ ਸਿੰਘ ਢਿੱਲੋਂ, ਉਹਨਾਂ ਦਾ ਮੈਂ ਮਸ਼ਕੂਰ ਹਾਂ ਕਿ ਉਹਨਾਂ ਨੇ ਫਿਰ ਮੈਨੂੰ 2 ਸਾਲ ਲਈ ਮੇਰੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਤੇ ਮੈਨੂੰ NRI ਕਮਿਸ਼ਨ ਦੇ ਮੈਂਬਰ ਦੇ ਤੌਰ ਤੇ 2 ਸਾਲ ਲਈ ਹੋਰ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਆ। ਮੈਂ ਤੁਹਾਨੂੰ ਵਾਅਦਾ ਕਰਦਾ ਆਪਣੇ ਪ੍ਰਦੇਸੀ ਵੀਰਾਂ ਭੈਣਾਂ ਨੂੰ ਕਿ ਜਿਵੇਂ ਤੁਸੀਂ ਮੈਨੂੰ ਅੱਗੇ ਸਾਥ ਦਿੱਤਾ, ਇਸੇ ਤਰ੍ਹਾਂ ਮੇਰਾ ਸਾਥ ਦਿਓ, ਤਾਂ ਕਿ ਜਿਹੜੀਆਂ ਮੁਸ਼ਕਲਾਂ ਨੇ, ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਤੁਹਾਡੇ ਨਾਲ ਸਹਿਯੋਗ ਦੇ ਨਾਲ, ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਉਹਨਾਂ ਮੁਸ਼ਕਲਾਂ ਨੂੰ ਅਸੀਂ ਹੱਲ ਕਰ ਸਕੀਏ। ਮੈਂ ਇਸ ਮਹਾਂਮਾਰੀ ਦੇ ਮੌਕੇ ਤੇ ਜਿੱਥੇ ਮੈਂ ਸਾਰੇ ਵੀਰਾਂ ਭੈਣਾਂ ਨੂੰ ਇਹ ਬੇਨਤੀ ਕਰਦਾ ਕਿ ਘਰਾਂ ਦੇ ਵਿੱਚ ਰਹੋ, ਸੇਫ ਰਹੋ, ਉੱਥੇ ਮੈਂ ਅਰਦਾਸ ਵੀ ਕਰਦਾ ਗੁਰੂ ਮਹਾਰਾਜ ਦੇ ਕੋਲ ਕਿ ਗੁਰੂ ਮਹਾਰਾਜ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਮੁੜ ਪੰਜਾਬ ਦੇ ਵਿੱਚ ਔਰ ਸੰਸਾਰ ਦੇ ਵਿੱਚ ਅਮਨ ਸ਼ਾਂਤੀ ਹੋਵੇ। ਮੈਂ ਫਿਰ ਸਾਰੇ ਵੀਰਾਂ ਦਾ, ਭੈਣਾਂ ਦਾ, ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਤੇ ਮੈਂ ਆਸ ਕਰਦਾ ਕਿ ਜਿਵੇਂ ਅੱਗੇ ਮੈਂ ਤੁਹਾਡੇ ਨਾਲ, ਤੁਹਾਡੇ ਸਹਿਯੋਗ ਦੇ ਨਾਲ ਮੈਂ ਤੁਹਾਡੀ ਨਾਲ ਆਪਣੀ ਮਿਹਨਤ ਦੇ ਨਾਲ ਤੁਹਾਡੇ ਸਹਿਯੋਗ ਨਾਲ ਮਦਦ ਕਰਦਾ ਹਾਂ, ਇਸੇ ਤਰ੍ਹਾਂ ਮੈਂ ਵਿਸ਼ਵਾਸ ਕਰਦਾ, ਤੁਹਾਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਇਸੇ ਤਰ੍ਹਾਂ ਮੈਂ ਤੁਹਾਡੇ ਸਹਿਯੋਗ ਦੀ ਕਾਮਨਾ ਵੀ ਕਰਦਾ ਔਰ ਮੈਂ ਤੁਹਾਨੂੰ ਵਾਅਦਾ ਵੀ ਕਰਦਾ ਕਿ ਮੈਂ ਇਸੇ ਤਰ੍ਹਾਂ ਤੁਹਾਡੇ
ਸਦਾ ਹੀ ਜਿੰਨੇ ਵੀ ਜੋਗਾ ਹੈਗਾ ਮੈਂ ਤੁਹਾਡੇ ਕੰਮ ਆਉਂਦਾ ਰਵਾਂਗਾ। ਇਹਨਾਂ ਲਫ਼ਜ਼ਾਂ ਨਾਲ ਖਿਮਾ ਜਾਚਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਕੇ ਵਿੱਚ ਕੋਵਿਡ-19 ਦੇ ਕਾਰਨ ਘੱਟ ਗਿਣਤੀ ਭਾਈਚਾਰਿਆਂ ਨਾਲ ਸੰਬੰਧਿਤ ਡਾਕਟਰਾਂ ਅਤੇ ਨਰਸਾਂ ਦੀਆਂ ਮੌਤਾਂ ਦਾ ਮਾਮਲਾ ਇੱਕ ਵਾਰ ਫੇਰ ਬਰਤਾਨੀਆ ਦੀ ਸੰਸਦ ਵਿੱਚ MP ਤਨਮਨਜੀਤ ਸਿੰਘ ਢੇਸੀ ਵੱਲੋਂ ਉਠਾਇਆ ਗਿਆ। ਉਹਨਾਂ ਆਪਣੇ ਪਰਿਵਾਰਕ ਮੈਂਬਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਨੇ ਇਸ ਮਹਾਮਾਰੀ ਨੂੰ ਬਹੁਤ ਹੀ ਨੇੜਿਓਂ ਤੱਕਿਆ ਹੈ। ਉਹਨਾਂ ਕਿਹਾ ਕਿ ਇਸ ਮੌਕੇ ਉਹ ਆਪਣੇ ਨਾਨੀ ਅਤੇ ਆਪਣੇ ਚਾਚੇ ਦੀ ਆਰਥੀ ਨੂੰ ਮੋਢਾ ਵੀ ਨਹੀਂ ਦੇ ਸਕੇ। MP ਢੇਸੀ ਨੇ ਭਾਵੁਕ ਹੁੰਦੇ ਕਿਹਾ ਕਿ NHS ਵਿੱਚ ਹੋਣ ਵਾਲੇ ਨਸਲਵਾਦੀ ਵਿਤਕਰੇ ਨੂੰ ਰੋਕਣ ਦੇ ਲਈ ਸਰਕਾਰ ਨੂੰ ਸਖਤ ਕਦਮ ਜਲਦੀ ਉਠਾਉਣੇ ਚਾਹੀਦੇ ਹਨ। Thank you very much, Mr. Deputy Speaker. I would like to start by thanking my honourable friend, the member for Brent Central, for securing this important debate. Without doubt, the nation needs a full independent public inquiry into the government's handling of the COVID crisis. But one area in particular that demands scrutiny is this government's handling of the effects of COVID-19 on the black, Asian and minority ethnic communities. Why ministers have ignored the evidence, dragged their feet and almost certainly contributed to a situation where people from BAME communities have been disproportionately ravaged by this terrible disease. Mr. Deputy Speaker, for me, this is personal. I have lost loved ones to COVID. Jagir Kaur, my lovely grandmother, our family matriarch, from whom I learnt so much, but whose coffin I wasn't even able to carry on my shoulder. Satnam Singh Desi, my fun-loving Slough taxi driver uncle, taken away from us way too early, and then I had to endure the indignity of watching his funeral online via Zoom. Hemraj Jamal, my brother-in-law's father, who somehow contracted COVID in a Slough care home, and inexcusably none of us were there to hold his hand when he breathed his last. May they all rest in peace and may we be forgiven for not being there. Because families cannot attend bedsides and because the usual rituals and rites of funerals are disrupted, it makes loss even harder and grief even harsher. And there are tens of thousands of people suffering bereavement. Back in April, Mr. Deputy Speaker, we saw BAME people being disproportionately affected by COVID-19 as data came in from emergency admissions to hospital. That's more than 3 months ago. On 22nd of May, King's College London research showed that patients from BAME groups admitted to hospital with COVID-19 are on average a decade younger than white patients. In May, the ONS reported black people were more than 4 times more likely to die from COVID-19 than their white counterparts. Bangladeshi and Pakistani people were more than 1.5 times more likely to die from COVID-19, and similar situation for people from with an Indian heritage. And that was published more than a month ago. And of course, ministers had a wealth of evidence from BAME organisations presented to Public Health England, which ministers initially tried to delay, then cover up, and have released under pressure only this week. And this evidence tells us what we already knew. Ethnic inequalities in health and well-being in the UK existed before COVID-19, and the pandemic has made these disparities more apparent and undoubtedly exacerbated them. Why is this? Well, one major reason is racism. And this racism, unfortunately, is infected within our lovely NHS itself. Figures released, Mr. Deputy Speaker, last week by the NHS Confederation show the number of ethnic minority chairs and non-executive directors of NHS trusts in England has almost halved from 15% in 2010 to a mere 8% in 2018. And quoted in the Eastern Eye newspaper, Dr. Ramesh Mehta, president of the British Association of Physicians of Indian Origin, said this was down to, and I quote, rampant discrimination and a club culture within the NHS professions. Mr. Deputy Speaker, representation matters, and the dismally low number of executive directors of NHS trusts is inexcusable. If BAME doctors and nurses are good enough to die on the front line, surely they are good enough to lead. While I'm proud to be a part of the most diverse party and the most diverse parliament ever, the lack of leadership positions in most key industries is shocking.
including the all-important finance sector, where the majority of FTSE companies still have all-white boards. So rather than just tweeting about Black Lives Matter, those companies need to take a long, hard look at themselves to judge whether they are indeed a part of the change that they proclaim to be. Mr. Deputy Speaker, diversity is crucial because it brings in people with fresh perspectives and different priorities, thereby enhancing and improving the overall performance for all of us. And perhaps the Minister can comment on how she intends to tackle the racial discrimination within the NHS. It took until June the 16th for Public Health England to publish its 7-point plan. But surely this should have been done from the very start. And we don't just want to be carrying on collating data. Of course, I pay tribute to the frontline NHS staff across my Slough constituency, including at Wexham Park Hospital, and they undoubtedly they face incredible challenges and risks. But the British Medical Association reports that 90% of doctors who have died were from BAME backgrounds, and 60% of the NHS staff who have died have been from BAME background. These are absolutely staggering statistics, and they should make us all realise that something is very, very wrong. And in conclusion, given the lack of time, I would like to ask the Minister whether she can reflect on the plans to commemorate all of those who have lost their lives with a focal point of remembrance, and that we will learn the lessons. But more than anything, I hope that the Minister can allay my concerns, because I would like to tell her that Black Lives Matter and deeds, not words, is what is now that we demand. Thank you very much, Mr. Deputy. ਇਹ ਸਨ MP ਤਨਮਨਜੀਤ ਸਿੰਘ ਢੇਸੀ, ਜੋ ਬਰਤਾਨੀਆ ਦੀ ਸੰਸਦ ਵਿੱਚ ਕਾਲੇ ਏਸ਼ੀਅਨ ਅਤੇ ਘੱਟ ਗਿਣਤੀਆਂ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦਾ ਮਾਮਲਾ ਉਠਾ ਰਹੇ ਸਨ। ਕੋਰੋਨਾ ਮਹਾਮਾਰੀ ਦੌਰਾਨ ਪੰਜਾਬੀ ਭਾਈਚਾਰੇ ਵੱਲੋਂ ਸਿਹਤ ਕਾਮਿਆਂ ਦੀਆਂ ਨਿਰੰਤਰ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਮੈਰਾਥਨ ਦੌੜਾਕ ਕੌਂਸਲਰ ਜਗਜੀਤ ਸਿੰਘ ਵੱਲੋਂ ਵੀ ਇਸ ਮੌਕੇ 800 ਮੀਲ ਦੀ ਦੌੜ ਸਿਹਤ ਕਾਮਿਆਂ ਦੇ ਲਈ ਦੌੜੀ ਗਈ। ਉਹਨਾਂ ਇਸ ਮੌਕੇ 3990 ਪਾਉਂਡ ਇਕੱਤਰ ਕੀਤੇ। ਕੌਂਸਲਰ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਸਿਹਤ ਕਾਮਿਆਂ ਲਈ ਖਰੀਦੇ ਗਏ ਗਾਊਨ ਈਲਿੰਗ, ਨਾਰਥਵਿਕ ਪਾਰਕ ਅਤੇ ਹਿਲਿੰਗਡਨ ਹਸਪਤਾਲਾਂ ਨੂੰ ਭੇਂਟ ਕੀਤੇ ਗਏ। ਇਸ ਸੀ ਅੱਜ ਦੀ ਯੂਕੇ ਤੋਂ ਅਪਡੇਟ। ਹੁਣ ਦਿਓ ਮਨਪ੍ਰੀਤ ਸਿੰਘ ਪਤਨੀ ਕਲਾਂ ਨੂੰ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਧੰਨਵਾਦ।